ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੁਰਮੁਖਾਂ ਨੂੰ ਅੰਮ੍ਰਿਤ ਵੇਲੇ ਦੀ ਫਤਿਹ। ਤੋ ਆਪਾਂ ਕੱਲ 35 ਅੱਖਰ ਅਤੇ ਮੁਹਾਰਨੀ ਥੋੜੀ ਜਿਹੀ ਪਾਈ ਸੀ। ਔਰ ਇਹ 35 ਅੱਖਰ ਅਤੇ ਮੁਹਾਰਨੀ ਇਹ ਮੁੱਢ ਹੈ ਗੁਰਬਾਣੀ ਪੜ੍ਹਨ ਵਾਸਤੇ। 35 ਅੱਖਰ ਆਉਣੇ ਵੀ ਜ਼ਰੂਰੀ ਆ ਅਤੇ ਮੁਹਾਰਨੀ ਦਾ ਉਚਾਰਨ ਆਉਣਾ ਵੀ ਜ਼ਰੂਰੀ ਆ। ਔਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕਰਕੇ ਇਹ ਗੁਰਮੁਖੀ ਬਖਸ਼ਿਸ਼ ਕੀਤੀ ਹੈ। ਆਮ ਬੋਲੀ ਜਿਹੜੀ ਹੈ ਉਹਦੇ ਵਿੱਚ ਅਤੇ ਗੁਰਮੁਖੀ ਅੱਖਰਾਂ ਦੇ ਵਿੱਚ ਬਹੁਤ ਫਰਕ ਹੈ। ਉਹ ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖ ਮਾਈ ਭਾਈ ਜਾਣਦੇ ਹਨ। ਔਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸ੍ਰੀ ਖਡੂਰ ਸਾਹਿਬ ਦੇ ਵਿੱਚ ਗੁਰਮੁਖੀ ਅੱਖਰਾਂ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ। ਜਿੱਥੇ ਮੱਲ ਅਖਾੜਾ ਸਾਹਿਬ ਅਸਥਾਨ ਹੈ ਉੱਥੇ ਮਹਾਰਾਜ ਸਾਹਿਬ ਜੀ ਗੁਰਮੁਖੀ ਦੇ 35 ਅੱਖਰ ਔਰ ਮੁਹਾਰਨੀ ਇਹ ਸਿਖਾਇਆ ਕਰਦੇ ਸਨ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਤੇ ਆਪਾਂ ਮੁਹਾਰਨੀ ਦੀ ਪਹਿਲੀ ਪੰਕਤੀ ਦੀ ਵਿਚਾਰ ਹੀ ਕਰਾਂਗੇ। ਔਰ ਇਹ ਸਾਰਿਆਂ ਨੇ ਗੁਰਮੁਖਾਂ ਨੇ ਇਹਨੂੰ ਸੁਣਨਾ ਔਰ ਆਪਣੇ ਛੋਟੇ ਬੱਚਿਆਂ ਨੂੰ ਵੀ ਮੁਹਾਰਨੀ ਪੜ੍ਹਾਉਣੀ। ਤੇ ਆਪਾਂ ਇਹਦੇ 'ਚ ਤਰਤੀਬਵਾਰ ਥੋੜ੍ਹੀ ਥੋੜ੍ਹੀ ਸੰਥਿਆ ਇਸ ਤਰ੍ਹਾਂ ਪਾਉਣੀ ਹੈ। ਔਰ ਇਹ ਇਸ ਕਰਕੇ ਹੈ ਕਿ ਜਿਹੜੇ ਬੱਚੇ ਨਹੀਂ ਆਉਂਦੇ ਉਹਨਾਂ ਦੇ ਵਾਸਤੇ ਗੁਰੂ ਘਰੇ ਬਾਕੀ ਜਿਹੜਾ ਬੈਠ ਕਰਕੇ ਸੰਥਿਆ ਹੋਣੀ ਹੈ ਉਹਦੇ ਨਾਲ ਦਾ ਆਨੰਦ ਨਹੀਂ ਹੈ। ਤੇ ਸਾਰਿਆਂ ਨੂੰ ਬੇਨਤੀ ਤਾਂ ਇਹੀ ਹੈ ਕਿ 6:30 ਤੋਂ 7:30 ਵਜੇ ਗੁਰੂ ਘਰ ਵਿਖੇ ਸ਼ਾਮ ਨੂੰ ਰਾਤ ਨੂੰ ਸੰਥਿਆ ਹੁੰਦੀ ਹੈ। ਕੁਝ ਸਿੰਘ ਆਉਂਦੇ ਹਨ ਤੇ ਐਤਵਾਰ ਨੂੰ 2:30 ਤੋਂ 4 ਵਜੇ ਦਾ ਸਮਾਂ ਰੱਖਿਆ ਹੋਇਆ ਹੈ। ਉਸ ਵੇਲੇ ਆਪ ਵੀ ਆਓ, ਛੋਟੇ ਬੱਚਿਆਂ ਨੂੰ ਵੀ ਲਿਆਓ ਤੇ ਆਪਾਂ ਰਲ ਮਿਲ ਕੇ ਗੁਰਬਾਣੀ ਦੀ ਵਿਚਾਰ ਕਰਾਂਗੇ। ਇਸ ਕਰਕੇ ਇਹ ਬੇਨਤੀ ਕਰਨ ਵਾਸਤੇ ਔਰ ਨਾਲ ਸੰਥਿਆ ਦੀ ਸਾਂਝ ਪਾਉਣ ਵਾਸਤੇ ਇਹ ਆਪਾਂ ਛੋਟਾ ਜਿਹਾ ਉਪਰਾਲਾ ਕੀਤਾ। ਬਾਕੀ ਇਹਦੇ ਵਿੱਚ ਇੱਕੇ ਵਾਰ ਵੀ ਸਾਰੀ ਸੰਥਿਆ ਪਾਈ ਜਾ ਸਕਦੀ ਆ ਪਰ ਉਹਦਾ ਬਹੁਤਾ ਲਾਭ ਨਹੀਂ। ਥੋੜ੍ਹੇ ਥੋੜ੍ਹੇ ਦਾ ਹੀ ਲਾਭ ਆ, ਉਹਨੂੰ ਆਪਾਂ ਵਿਚਾਰ ਸਕਦੇ ਹਾਂ, ਚੰਗੀ ਤਰ੍ਹਾਂ ਮਿਹਨਤ ਕਰ ਸਕਦੇ ਹਾਂ। ਕਿਉਂਕਿ ਪੜ੍ਹਿਆ ਥੋੜ੍ਹਾ ਜਾਵੇ, ਉਹਨੂੰ ਵਿਚਾਰਿਆ ਜਾਵੇ, ਉਹਦਾ ਅਭਿਆਸ ਕੀਤਾ ਜਾਵੇ ਤਾਂ ਸਹੀ ਹੁੰਦਾ। ਤੇ ਵੀ ਮਨ 'ਚ ਖਿਆਲ ਆਵੇਗਾ ਵੀ ਇਹ ਮੁਹਾਰਨੀ ਵੀ ਇਹਦੀ ਇੰਨੀ ਕੀ ਲੋੜ ਵਾ। ਇਹਦੀ ਬਹੁਤ ਲੋੜ ਆ। ਔਰ ਜੇ ਵਿਚਾਰ ਕੀਤੀ ਜਾਵੇ ਤੇ ਬਹੁਤੇ ਸਾਡੇ ਬੱਚਿਆਂ ਨੂੰ ਔਰ ਬਹੁਤੇ ਵੱਡੀ ਉਮਰ ਦੇ ਵਿੱਚ ਵੀ ਕਈਆਂ ਨੂੰ 35 ਅੱਖਰ ਵੀ ਨਹੀਂ ਆਉਂਦੇ ਹਨ। ਔਰ ਇਹ ਵੇਖਣ 'ਚ ਮਿਲਿਆ ਹੈ। ਜਿਹੜੇ ਕਈ ਕਲਾਸਾਂ ਪੜ੍ਹ ਕੇ ਨੌਜਵਾਨ ਬੱਚੇ ਬੱਚੀਆਂ ਹਨ, ਉਹ ਕਈ ਸਿੰਘ ਮਿਲੇ, ਕਈਆਂ ਦੇ ਪੁੱਛਣ ਤੋਂ ਪਤਾ ਲੱਗਾ ਉਹਨਾਂ ਨੂੰ ਗੁਰਮੁਖੀ ਦੇ 35 ਅੱਖਰ ਵੀ ਨਹੀਂ ਆਉਂਦੇ ਹਨ, ਜਾਂ ਅੱਗੇ ਪਿੱਛੇ ਬੋਲ ਜਾਂਦੇ ਜਾਂ ਆਉਂਦੇ ਹੀ ਨਹੀਂ ਹਨ। ਤੇ ਮੁਹਾਰਨੀ ਤੇ 100 ਦੇ ਵਿੱਚੋਂ 5% ਨੂੰ ਆਉਂਦੀ ਹੈ। ਬਹੁਤਿਆਂ ਨੂੰ ਮੁਹਾਰਨੀ ਬਾਰੇ ਪਤਾ ਹੀ ਨਹੀਂ ਹੈ।
ਜਾਂ ਉਹਦਾ ਉਚਾਰਨ ਨਹੀਂ ਆਉਂਦਾ ਹੈ। ਤੇ ਇਹ ਮੁੱਢ ਹੈ 35 ਅੱਖਰ ਤੇ ਮੁਹਾਰਨੀ। ਇਹਨੂੰ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ। ਔਰ ਇਹ ਬੇਨਤੀ ਹੈ, ਇਹ ਪਹਿਲੀ ਲਾਈਨ ਉੱਤੇ ਦਿੱਤੀ ਗਈ ਹੈ, ਲਿਖ ਕੇ ਵੀ ਪਾਈ ਗਈ ਹੈ। ਇਹਦੀ ਵਿਚਾਰ ਆਪਾਂ ਕਰਦੇ ਹਾਂ। ਪਹਿਲਾ ਅੱਖਰ ਹੈ ਮੁਕਤਾ, ਐੜਾ ਮੁਕਤਾ ਹੈ। ਤੇ ਮੁਕਤਾ ਉਸ ਅੱਖਰ ਨੂੰ ਆਖਿਆ ਜਾਂਦਾ ਹੈ ਜਿਹਨੂੰ ਕੋਈ ਮਾਤਰਾ ਨਾ ਲੱਗੀ ਹੋਵੇ, ਲਗ ਨਾ ਲੱਗੀ ਹੋਵੇ। ਲਗ ਮਾਤਰਾ ਤੋਂ ਬਿਨਾਂ ਜੋ ਹੈ ਇਹ ਇਕੱਲਾ ਅੱਖਰ ਹੈ, ਉਹਨੂੰ ਮੁਕਤਾ ਆਖਿਆ ਜਾਂਦਾ ਹੈ। ਇੱਥੇ ਐੜਾ ਮੁਕਤਾ ਹੈ, ਫਿਰ ਐੜੇ ਕੰਨਾ ਹੈ, ਫਿਰ ਈੜੀ ਸਿਹਾਰੀ ਹੈ, ਫਿਰ ਈੜੀ ਬਿਹਾਰੀ ਹੈ, ਫਿਰ ਊੜੇ ਔਂਕੜ ਹੈ, ਫਿਰ ਊੜੇ ਦੁਲੈਂਕੜ ਹੈ, ਫਿਰ ਈੜੀ ਲਾਂ ਹੈ, ਇਹਨੂੰ ਲਾਂ ਆਖਿਆ ਜਾਂਦਾ। ਐੜੇ ਦੁਲਾਵਾਂ ਹੈ, ਊੜੇ ਹੋੜਾ ਹੈ, ਖੁੱਲੇ ਮੂੰਹ ਵਾਲਾ ਜਿਹੜਾ ਊੜਾ, ਇਹਨੂੰ ਊੜੇ ਹੋੜਾ ਬੋਲਿਆ ਜਾਂਦਾ। ਊੜੇ ਹੋੜਾ, ਫਿਰ ਐੜੇ ਕਨੌੜਾ, ਫਿਰ ਐੜੇ ਟਿੱਪੀ, ਐੜੇ ਕੰਨਾਂ ਤੇ ਉੱਤੇ ਬਿੰਦੀ। ਪਿੱਛੇ ਕੰਨੇ ਵਾਲਾ ਐੜਾ ਆਇਆ ਹੈ, ਇੱਥੇ ਐੜੇ ਕੰਨਾਂ ਤੇ ਉੱਤੇ ਬਿੰਦੀ ਹੈ। ਤਾਂ ਇਹ ਸਮਝਣ ਵਾਲੀ ਗੱਲ ਹੈ ਵੀ ਮੁਕਤਾ ਅੱਖਰ ਤੇ ਕੰਨੇ ਵਾਲਾ, ਇਹਨਾਂ ਦੋਵਾਂ ਦੀ ਅੱਡੋ ਅੱਡ ਆਵਾਜ਼ ਹੈ। ਇਸ ਗੱਲ ਨੂੰ ਆਪਾਂ ਸਮਝਾਂਗੇ ਤੇ ਫਿਰ ਕਈ ਮੁਕਤੇ ਅੱਖਰ ਗੁਰਬਾਣੀ ਵਿੱਚ ਆਉਂਦੇ ਹਨ, ਉਹਨਾਂ ਨੂੰ ਅਸੀਂ ਮੁਕਤੇ ਬੋਲ ਸਕਾਂਗੇ। ਕਈ ਕੰਨੇ ਵਾਲੇ ਆਉਂਦੇ ਹਨ, ਉਹਨਾਂ ਨੂੰ ਕੰਨੇ ਵਾਲੇ ਬੋਲਾਂਗੇ। ਕਈ ਕੰਨਾ ਵੀ ਨਾਲ ਆਉਂਦਾ ਹੈ ਤੇ ਉੱਤੇ ਬਿੰਦੀ ਵੀ ਆਉਂਦੀ ਹੈ, ਤੇ ਉਹ ਅਸੀਂ ਫਿਰ ਉਸ ਤਰੀਕੇ ਨਾਲ ਬੋਲ ਸਕਾਂਗੇ। ਨਹੀਂ ਤੇ ਅਸੀਂ ਮੁਕਤੇ ਨੂੰ ਵੀ ਕੰਨਿਆਂ ਦੇ ਨਾਲ ਬਿੰਦੀ ਲਾ ਦਿੰਦੇ ਹਾਂ, ਤੇ ਜਿੱਥੇ ਕੰਨਾ ਲੱਗਾ ਉੱਤੇ ਬਿੰਦੀ ਨਹੀਂ ਹੈ ਉਹਦੇ ਤੇ ਵੀ ਬਿੰਦੀ ਲਾ ਦਿੰਦੇ ਹਾਂ। ਜਿਵੇਂ ਨੰਨਾ ਅੱਖਰ ਬਹੁਤ ਵਾਰੀ ਮੁਕਤਾ ਆਇਆ ਗੁਰਬਾਣੀ ਵਿੱਚ, ਨੰਨੇ ਕੰਨਾ ਵੀ ਆਇਆ ਹੈ। ਇਸੇ ਤਰ੍ਹਾਂ ਤੱਤਾ ਅੱਖਰ ਮੁਕਤਾ ਬਹੁਤ ਵਾਰੀ ਆਇਆ ਹੈ, ਤੱਤੇ ਕੰਨਾ ਵੀ ਆਇਆ ਹੈ, ਤੇ ਤੱਤੇ ਕੰਨਾ ਉੱਤੇ ਬਿੰਦੀ ਵਾਲਾ ਵੀ ਆਇਆ ਹੈ। ਇਸੇ ਤਰ੍ਹਾਂ ਤੂੰ ਤੱਤੇ ਦੁਲੈਂਕੜੇ ਨਾਲ ਟਿੱਪੀ ਤੋਂ ਬਿਨਾਂ ਵੀ ਗੁਰਬਾਣੀ ਚ ਆਇਆ ਹੈ, ਤੇ ਤੱਤੇ ਨੂੰ ਦੁਲੈਂਕੜੇ ਤੇ ਉੱਤੇ ਟਿੱਪੀ ਵਾਲਾ ਵੀ ਆਇਆ ਹੈ। ਇਹਦੀ ਸਮਝ ਤੋਂ ਬਿਨਾਂ, ਇਹਦੀ ਜਾਣਕਾਰੀ ਤੋਂ ਬਿਨਾਂ ਕਈ ਵਾਰੀ ਤੂੰ ਨੂੰ ਤੂੰ ਬੋਲਿਆ ਜਾਂਦਾ ਹੈ। ਜਿਵੇਂ ਆਉਂਦਾ ਨਾ, ਤੂੰ ਠਾਕੁਰ ਤੁਮ ਪਹਿ ਅਰਦਾਸ, ਉੱਥੇ ਤੂੰ ਟਿੱਪੀ ਤੋਂ ਬਿਨਾਂ, ਤੱਤੇ ਨੂੰ ਦਲੈਂਕੜੇ ਲੱਗੇ, ਟਿੱਪੀ ਨਹੀਂ ਲੱਗੀ ਹੈ। ਇਸੇ ਤਰ੍ਹਾਂ ਤੂੰ ਸਦਾ ਸਲਾਮਤ ਨਿਰੰਕਾਰ, ਉੱਥੇ ਤੱਤੇ ਨੂੰ ਦਲੈਂਕੜੇ ਲੱਗੇ, ਉੱਥੇ ਟਿੱਪੀ ਨਹੀਂ ਹੈ, ਜਿੰਨੀ ਵਾਰੀ ਇਹ ਪੰਕਤੀ ਆਈ। ਇਸੇ ਤਰ੍ਹਾਂ ਨੰਨਾ ਮੁਕਤਾ ਜਪਜੀ ਸਾਹਿਬ 'ਚ ਹੀ ਬਹੁਤ ਵਾਰੀਆਂ ਆਇਆ ਹੈ, ਤੇ ਕੰਨੇ ਵਾਲਾ ਨੰਨਾ ਜਿਹੜਾ ਹੈ ਉਹ 6 ਵਾਰੀਆਂ ਆਇਆ ਹੈ। ਆਮ ਕਰਕੇ ਕੰਨੇ ਵਾਲਾ ਹੀ ਸਾਰੇ ਥਾਵਾਂ ਤੇ ਬੋਲਿਆ ਜਾਂਦਾ। ਇਸ ਕਰਕੇ ਮੁਕਤੇ ਅੱਖਰ ਦੀ ਆਵਾਜ਼ ਵੱਖਰੀ ਹੈ, ਕੰਨੇ ਵਾਲੇ ਦੀ ਵੱਖਰੀ ਹੈ। ਇਸੇ ਤਰ੍ਹਾਂ ਜਿਵੇਂ ਇੱਥੇ ਈੜੀ ਨੂੰ ਸਿਹਾਰੀ ਹੈ, ਈੜੀ ਨੂੰ ਬਿਹਾਰੀ ਹੈ, ਤੇ ਈੜੀ ਨੂੰ ਲਾਂ ਹੈ। ਇਹ 3 ਮਾਤਰਾ ਲੱਗੀਆਂ ਈੜੀ ਨੂੰ। ਸਿਹਾਰੀ ਦੀ ਆਵਾਜ਼ ਵੱਖਰੀ ਹੈ, ਬਿਹਾਰੀ ਦੀ ਵੱਖਰੀ ਹੈ, ਤੇ ਲਾਂ ਦੀ ਵੱਖਰੀ ਹੈ। ਆਮ ਕਰਕੇ ਜਦੋਂ ਗੁਰਬਾਣੀ ਦੇ ਵਿੱਚ ਸਿਹਾਰੀ ਵਾਲਾ ਅੱਖਰ ਆਉਂਦਾ ਹੈ, ਉਹਦੇ ਥਾਂ ਤੇ ਲਾਂ ਹੀ ਬੋਲੀ ਜਾਂਦੀ ਹੈ। ਇਹ ਮੁਹਾਰਨੀ ਅਤੇ ਸੰਥਿਆ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਵੀ ਸਿਹਾਰੀ ਵਾਲੀ ਜੋ ਇਹ ਮਾਤਰਾ ਹੈ, ਇਹਦੀ ਆਵਾਜ਼ ਵੱਖਰੀ ਹੈ, ਇਹਦਾ ਅਰਥ ਵੀ ਵੱਖਰਾ ਹੈ, ਤੇ ਲਾਂ ਉਹਦਾ ਉਚਾਰਨ ਵੱਖਰਾ ਹੈ। ਤੋ ਇਸ ਕਰਕੇ ਇਹ ਸਾਰੇ ਪਦ ਜਿਹੜੇ ਇੱਕ ਇੱਕ ਹਨ, ਇਹਨੂੰ ਸਮਝਣ ਦੀ ਲੋੜ ਹੈ। ਤੇ ਆਪਾਂ ਹੁਣ ਇਹਨੂੰ ਪੜ੍ਹਦੇ ਹਾਂ। ਐੜਾ ਮੁਕਤਾ
ਜਿਹੜਾ ਮੁਕਤਾ ਹੈ ਇਹ ਛੇਤੀ ਨਾਲ ਬੋਲਿਆ ਜਾਣ ਵਾਲਾ ਹੈ। ਜਿਹੜੇ 3 ਅੱਖਰ ਹਨ, ਇੱਕ ਮੁਕਤਾ, ਇੱਕ ਸਿਹਾਰੀ, ਇੱਕ ਔਂਕੜ, ਇਹ ਤਿੰਨੇ ਬਹੁਤ ਛੇਤੀ ਨਾਲ ਇਹਨਾਂ ਦੀ ਉੱਥੇ ਹੀ ਆਵਾਜ਼ ਰੁਕ ਜਾਂਦੀ ਹੈ। ਐੜਾ ਮੁਕਤਾ ਅ, ਇਸ ਤਰ੍ਹਾਂ ਅ, ਛੇਤੀ ਦੇ ਨਾਲ ਇਹਨੂੰ ਆ ਨਹੀਂ ਕਹਿਣਾ, ਆ ਕਿਆਂ ਕੰਨਾਂ ਲੱਗ ਜਾਂਦਾ ਹੈ। ਐੜਾ ਮੁਕਤਾ ਅ, ਇਸ ਤਰ੍ਹਾਂ। ਫਿਰ ਕੰਨੇ ਵਾਲਾ ਐੜਾ ਜਿਹੜਾ ਉਹ ਇੱਕ ਤਰ੍ਹਾਂ ਛੱਡ ਦਿੰਨੇ ਆਪਾਂ, ਅੱਗੇ ਈੜੀ ਸਿਹਾਰੀ ਉਹ ਬੋਲਦੇ ਆ। ਇਹ ਵੀ ਮੁਕਤੇ ਦੀ ਤਰ੍ਹਾਂ ਛੇਤੀ ਨਾਲ ਬੋਲਣਾ, ਈੜੀ ਸਿਹਾਰੀ ਏ, ਇਸ ਤਰ੍ਹਾਂ ਈੜੀ ਸਿਹਾਰੀ ਏ, ਛੇਤੀ ਨਾਲ। ਇਹਨੂੰ ਈ ਨਹੀਂ ਕਹਿ ਦੇਣਾ, ਇਹਨੂੰ ਏ ਨਹੀਂ ਕਹਿ ਦੇਣਾ, ਇਹਨੂੰ ਕਹਿਣਾ ਈੜੀ ਸਿਹਾਰੀ ਏ। ਹੁਣ ਅੱਗੇ ਈ ਜਿਹੜੀ ਉਹ ਇੱਕ ਤਰ੍ਹਾਂ ਛੱਡ ਦਿੰਨੇ ਆ, ਅੱਗੇ ਫਿਰ ਊੜੇ ਔਂਕੜ ਜਿਹੜਾ ਛੇਤੀ ਨਾਲ ਬੋਲਿਆ ਜਾਣ ਵਾਲਾ ਉਹਨੂੰ ਬੋਲਦੇ ਆ। ਊੜੇ ਔਂਕੜ ਓ, ਊੜੇ ਔਂਕੜ ਓ, ਇਸ ਤਰ੍ਹਾਂ ਛੇਤੀ ਨਾਲ ਇਹ ਤਿੰਨੇ ਬੋਲੇ ਜਾਂਦੇ। ਬਾਕੀ ਸਾਰੇ ਜਿਹੜੇ ਅੱਖਰ ਵਾ ਉਹ ਲਮਕਾ ਕੇ ਬੋਲੇ ਜਾਂਦੇ। ਇਹ 3 ਅੱਖਰ ਜਿਹੜੇ ਆ ਮੁਕਤਾ, ਕੰਨਾ ਤੇ ਔਂਕੜ, ਇਹ ਛੇਤੀ ਨਾਲ ਬੋਲੇ ਜਾਂਦੇ। ਐੜਾ ਮੁਕਤਾ ਅ, ਐੜੇ ਕੰਨਾ ਆ, ਈੜੀ ਸਿਹਾਰੀ ਏ, ਈੜੀ ਬਿਹਾਰੀ ਈ, ਊੜੇ ਔਂਕੜ ਓ, ਊੜੇ ਦੁਲੈਂਕੜ ਊ, ਈੜੀ ਲਾਮ ਏ, ਐੜੇ ਦੁਲਾਵਾਂ ਐ, ਊੜੇ ਹੋੜਾ ਓ, ਐੜੇ ਕਨੌੜਾ ਔ, ਐੜੇ ਟਿੱਪੀ ਅੰਗ, ਐੜੇ ਕੰਨਾਂ ਉੱਤੇ ਬਿੰਦੀ ਆਂ। ਇਹ ਮੁਹਾਰਨੀ ਆਪਾਂ ਆਪ ਵੀ ਪੜ੍ਹਨੀ ਆ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣੀ, ਤਾਂ ਉਹਨਾਂ ਨੂੰ ਅੱਖਰ ਬੁਲਾਉਣੇ ਆਉਣਗੇ, ਤਾਂ ਜਪਜੀ ਸਾਹਿਬ ਦਾ ਉਚਾਰਨ ਸਹੀ ਤਰੀਕੇ ਨਾਲ ਕੀਤਾ ਜਾਵੇਗਾ। ਜੇ ਦਲਾਵਾਂ ਆਉਂਦੀਆਂ ਹੋਣਗੀਆਂ ਤੇ ਫੇਰ ਬੋਲ ਸਕਿਆ ਜਾਵੇਗਾ ਵੀ ਸੋਚੈ, ਨਹੀਂ ਤੇ ਸੋਚੇ ਹੀ ਆਮ ਬੋਲਦੇ। ਸੋਚੈ, ਸੋਚ ਨਾ ਹੋਵਈ, ਫਿਰ ਨੰਨਾ ਮੁਕਤਾ ਆਉਂਦਾ ਹੋਵੇਗਾ ਤੇ ਫਿਰ ਨਾ, ਨਹੀਂ ਤੇ ਨਾ ਹੋਵਈ ਕਿਹਾ ਜਾਂਦਾ। ਨੰਨੇ ਕੰਨਾ ਲਾ ਦਿੱਤਾ ਜਾਂਦਾ ਵਾ, ਫਿਰ ਕੰਨੇ ਵਾਲਾ ਨਹੀਂ ਬੋਲਣਾ, ਉੱਥੇ ਨੰਨਾ ਮੁਕਤਾ ਵਾ, ਕੱਲਾ ਨੰਨਾ, ਨਾ ਹੋਵਈ। ਫੇਰ ਸਮਝ ਗਏ, ਐੜਾ ਮੁਕਤਾ ਅ, ਐੜੇ ਕੰਨਾ ਆ, ਈੜੀ ਸਿਹਾਰੀ ਏ। ਹੁਣ ਜਿਹੜੀ ਸਿਹਾਰੀ ਆ ਨਾ, ਇਹ ਗੁਰਬਾਣੀ ਚ ਹਰੇਕ ਮਾਤਰਾ ਆਈ ਹੈ, ਤੇ ਸਿਹਾਰੀ ਜਿਵੇਂ ਆਉਂਦਾ ਵਾ, ਫੇਰ ਕੇ ਅੱਗੇ ਰੱਖੀ ਹੈ, ਇਸੇ ਤਰ੍ਹਾਂ ਮੁਹਾ ਕੇ ਬੋਲਣ ਬੋਲੀ ਹੈ, ਤੇ ਆਮ ਕਰਕੇ ਉੱਥੇ ਕੇ ਬੋਲਣ ਬੋਲ ਕੇ ਹੀ ਬੋਲ ਦਿੱਤਾ ਜਾਂਦਾ, ਫਿਰ ਲਾਂ ਲੱਗ ਜਾਂਦੀ ਹੈ। ਇਸੇ ਤਰ੍ਹਾਂ ਜਾਪ ਸਾਹਿਬ ਦੇ ਵਿੱਚ ਕਿੰਨੀ ਵਾਰੀ ਸਿਹਾਰੀ ਦੀ ਵਰਤੋਂ ਆਈ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਉਹ ਵਾਰ-ਵਾਰ ਸਾਰੇ ਛੰਦ ਵਿੱਚ। ਇਸ ਕਰਕੇ ਸਿਹਾਰੀ ਦਾ ਉਚਾਰਨ ਥੋੜਾ ਜਿਹਾ ਜ਼ੋਰ ਦੇ ਨਾਲ ਉੱਥੇ ਹੀ ਰੁਕ ਜਾਣਾ। ਈੜੀ ਸਿਹਾਰੀ ਏ, ਈੜੀ ਬਿਹਾਰੀ ਈ, ਊੜੇ ਔਂਕੜ ਓ, ਊੜੇ ਦੁਲੈਂਕੜ ਊ, ਔਂਕੜ ਜਿਹੜਾ ਉਹਨੂੰ ਉੱਥੇ ਹੀ ਰੋਕ ਦੇਣਾ ਓ, ਤੇ ਦੁਲੈਂਕੜੇ ਨੂੰ ਲੰਮਾ ਕਰਨਾ ਊ, ਊੜੇ ਦੁਲੈਂਕੜ ਊ। ਜਿਹੜਾ ਇੱਕ ਵਾਰ ਹੇਠਾਂ ਲੱਗਾ ਊੜੇ ਦੇ ਨੂੰ ਔਂਕੜ ਕਹਿੰਦੇ ਆ, ਜਿਹੜੇ 2 ਲੱਗੇ ਇਹਨੂੰ ਦੁਲੈਂਕੜ। ਫਿਰ ਅੱਗੇ ਈੜੀ ਲਾਂ, ਇਹ ਲੰਮਾ ਕਰਕੇ ਏ, ਐੜੇ ਦੁਲਾਵਾਂ ਐ। ਹੁਣ ਏ ਦੀ ਆਵਾਜ਼ ਵੱਖਰੀ ਹੈ, ਐ ਦੀ ਆਵਾਜ਼ ਵੱਖਰੀ ਹੈ। ਜੇ ਚੰਗੀ ਤਰ੍ਹਾਂ ਨਾ ਸਮਝਿਆ ਤੇ ਆਮ ਕਰਕੇ ਕਈ ਇਹ ਪੜ੍ਹਦੇ ਸੁਣੇ ਹਨ, ਨਾਨਕ ਐਵੇਂ ਜਾਣੀਏ, ਉਹ ਇਸ ਤਰ੍ਹਾਂ ਬੋਲ ਦਿੰਦੇ।
ਪਾਠ ਹੈਗਾ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਇਸ ਤਰ੍ਹਾਂ ਈੜੀ ਲਾਮ ਏ, ਈੜੀ ਲਾਂ ਏ, ਐੜੇ ਦੁਲਾਵਾਂ ਐ, ਊੜੇ ਹੋੜਾ ਓ, ਓ ਕਹਿਣਾ ਓ। ਜਿਵੇਂ ਉਹ ਅੰਗਰੇਜ਼ੀ ਦਾ ਓ ਹੁੰਦਾ ਨਾ, ਓ ਪੀ, ਉਹ ਜਿਹੜਾ ਓ ਆ ਉਹਨੂੰ ਲੰਮਾ ਕਰ ਦੇਣਾ, ਊੜੇ ਹੋੜਾ ਓ। ਐੜੇ ਕਨੌੜਾ ਔ, ਐੜੇ ਕਨੌੜਾ ਔ, ਐੜੇ ਟਿੱਪੀ ਅੰਗ, ਇਹਨੂੰ ਅੰਗ ਨਹੀਂ ਕਹਿ ਦੇਣਾ, ਗੱਗਾ ਨਹੀਂ ਨਾਲ ਲਾ ਦੇਣਾ। ਕਈ ਮੂਲ ਮੰਤਰ ਪੜ੍ਹਦੇ ਆ, ਉਹ ਟਿੱਪੀ ਦਾ ਸਹੀ ਉਚਾਰਨ ਨਹੀਂ ਫਿਰ ਹੁੰਦਾ ਤੇ ਉਹ ਬੋਲ ਦਿੱਤਾ ਜਾਂਦਾ ਸਹਿ ਭੰਗ, ਗੱਗਾ ਨਾਲ ਲਾ ਦਿੱਤਾ। ਇਹਨੂੰ ਨੱਕ 'ਚ ਆਵਾਜ਼ ਬੋਲਣੀ, ਐੜੇ ਟਿੱਪੀ ਅੰਗ। ਜੇ ਇਹ ਪੂਰੀ ਪੱਕੂਗੀ ਟਿੱਪੀ ਦੀ ਆਵਾਜ਼, ਮਿਹਨਤ ਕੀਤੀ ਜਾਊਗੀ ਤੇ ਫਿਰ ਬੋਲਿਆ ਜਾਊਗਾ ਸਹਿ ਭੰਗ, ਸਹਿ ਭੰਗ, ਐੜੇ ਟਿੱਪੀ ਅੰਗ, ਐੜੇ ਕੰਨਾਂ ਉੱਤੇ ਬਿੰਦੀ ਆਂ, ਆਂ, ਨੱਕ 'ਚ ਆਵਾਜ਼ ਆਂ। ਹੁਣ ਇਹਨੂੰ ਥੋੜਾ ਜਿਹਾ ਹੋਰ ਸਮਝੀਏ ਵੀ ਜਿਹੜੇ ਜਿਹੜੇ ਅੱਖਰ ਨੂੰ ਜਿਹੜੀ ਜਿਹੜੀ ਮਾਤਰਾ ਲੱਗੀ ਆ ਨਾ, ਉਹੀ ਲੱਗਣੀ ਆ। ਜਿਵੇਂ ਐੜਾ ਪਹਿਲੋਂ ਆਇਆ ਨਾ, ਇਹਦੇ 'ਚ ਐੜਾ ਮੁਕਤਾ ਆਇਆ, ਕੰਨੇ ਵਾਲਾ ਆਇਆ, ਐੜੇ ਦਲਾਵਾਂ ਆਈਆਂ, ਐੜੇ ਕਨੌੜਾ ਆਇਆ, ਐੜੇ ਟਿੱਪੀ ਆਈ, ਐੜੇ ਕੰਨਾਂ ਤੇ ਬਿੰਦੀ ਆਈ। ਐੜੇ ਨੂੰ ਸਿਹਾਰੀ ਨਹੀਂ ਲੱਗਦੀ, ਐੜੇ ਨੂੰ ਬਿਹਾਰੀ ਵੀ ਨਹੀਂ ਲੱਗਦੀ, ਐੜੇ ਨੂੰ ਔਂਕੜ ਵੀ ਨਹੀਂ ਲੱਗਦਾ, ਐੜੇ ਨੂੰ ਦੁਲੈਂਕੜ ਵੀ ਨਹੀਂ ਲੱਗਦਾ, ਐੜੇ ਨੂੰ ਇੱਕ ਲਾਮ ਨਹੀਂ ਲੱਗਦੀ, ਦੁਲਾਵਾਂ ਲੱਗਦੀਆਂ, ਐੜੇ ਨੂੰ ਹੋੜਾ ਨਹੀਂ ਲੱਗਦਾ, ਕਨੌੜਾ ਲੱਗਦਾ। ਇਸੇ ਤਰ੍ਹਾਂ ਫਿਰ ਈੜੀ ਇਹਦੇ 'ਚ ਆਈ ਆ। ਉਂਝ ਪਹਿਲਾਂ ਊੜਾ, ਫਿਰ ਐੜਾ, ਫਿਰ ਈੜੀ ਆ, ਪਰ ਇਹ ਆਪਾਂ ਮੁਹਾਰਨੀ ਦੀ ਪੰਕਤੀ ਮੁਤਾਬਕ ਫਿਰ ਇਸ ਪੰਕਤੀ 'ਚ ਈੜੀ ਆਈ ਆ। ਈੜੀ ਨੂੰ 3 ਮਾਤਰਾ ਲੱਗੀਆਂ, ਸਿਹਾਰੀ, ਬਿਹਾਰੀ ਤੇ ਲਾਂ, ਤਿੰਨਾਂ ਦੀ ਆਵਾਜ਼ ਵੱਖਰੀ ਵੱਖਰੀ ਆ। ਇਹ ਚੰਗੀ ਤਰ੍ਹਾਂ ਸਮਝਣਾ। ਤੇ ਈੜੀ ਨੂੰ ਕੰਨਾ ਨਹੀਂ ਲੱਗਦਾ, ਈੜੀ ਨੂੰ ਔਂਕੜ ਨਹੀਂ ਲੱਗਦਾ, ਦੁਲੈਂਕੜ ਨਹੀਂ ਲੱਗਦਾ, ਈੜੀ ਨੂੰ ਦਲਾਵਾਂ ਲੱਗਦੀਆਂ ਨਹੀਂ। ਜਿੱਥੇ ਈੜੀ ਨੂੰ ਦਲਾਵਾਂ ਨਾਲ ਬੋਲਿਆ ਨਾ, ਉੱਥੇ ਐੜਾ ਬੋਲਿਆ ਜਾਂਦਾ, ਈੜੀ ਨਹੀਂ ਬੋਲੀ ਜਾਂਦੀ, ਕਿਉਂਕਿ ਐੜੇ ਨੂੰ ਦਲਾਵਾਂ ਲੱਗਦੀਆਂ, ਐੜੇ ਨੂੰ ਲਾਂ ਨਹੀਂ ਲੱਗਦੀ। ਈੜੀ ਨੂੰ ਲਾਂ ਲੱਗਦੀ, ਈੜੀ ਨੂੰ ਦਲਾਵਾਂ ਨਹੀਂ ਲੱਗਦੀਆਂ। ਸਮਝਣ ਵਾਲੀ ਗੱਲ। ਨਾਨਕ ਏਵੈ ਜਾਣੀਐ, ਉੱਥੇ ਈੜੀ ਆ, ਏਵੈ, ਏਵੈ। ਈੜੀ ਨੂੰ ਦਲਾਵਾਂ ਨਹੀਂ ਲੱਗਦੀਆਂ, ਈੜੀ ਨੂੰ ਹੋੜਾ ਨਹੀਂ ਲੱਗਦਾ, ਕਨੌੜਾ ਨਹੀਂ ਲੱਗਦਾ। ਟਿੱਪੀ ਲੱਗ ਜਾਂਦੀ, ਗੁਰਬਾਣੀ 'ਚ ਲੱਗੀ, ਬਿੰਦੀ ਵੀ ਲੱਗੀ। ਇਸੇ ਤਰ੍ਹਾਂ ਫੇਰ ਊੜਾ ਆਇਆ ਇਸ ਦੇ ਵਿੱਚ। ਊੜੇ ਨੂੰ ਕੰਨਾ ਨਹੀਂ ਲੱਗਦਾ, ਊੜੇ ਨੂੰ ਸਿਹਾਰੀ ਨਹੀਂ ਲੱਗਦੀ, ਊੜੇ ਨੂੰ ਬਿਹਾਰੀ ਨਹੀਂ ਲੱਗਦੀ, ਊੜੇ ਨੂੰ ਲਾਂ ਨਹੀਂ ਲੱਗਦੀ, ਦਲਾਵਾਂ ਨਹੀਂ ਲੱਗਦੀਆਂ, ਕਨੌੜਾ ਨਹੀਂ ਲੱਗਦਾ। ਇਹ ਸਾਰੇ ਧਿਆਨ ਰੱਖਣ ਯੋਗ। ਬਾਕੀ ਬਿੰਦੀ ਲੱਗ ਜਾਂਦੀ ਗੁਰਬਾਣੀ 'ਚ, ਊੜੇ ਨੂੰ ਬਿੰਦੀ ਲੱਗੀ ਆ। ਤਾਂ ਇਹਨੂੰ ਪੜ੍ਹਨਾ, ਵਿਚਾਰਨਾ, ਤੇ ਇਹਦੇ ਵਿੱਚ ਆਪਾਂ ਬਹੁਤਾ ਨਹੀਂ ਇੱਕੇ ਵਾਰੀ ਕੁਝ ਪਾਉਣਾ। ਉਂਝ ਹੋਰ ਵੀ ਸੰਥਿਆ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਉਹ ਟਕਸਾਲ ਦੇ, ਦਮਦਮੀ ਟਕਸਾਲ ਦੇ ਮਹਾਂਪੁਰਖਾਂ ਵੱਲੋਂ ਜਿਹੜੀ ਪਾਠ ਬੋਧ ਸਮਾਗਮ ਕਰਾਏ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਔਰ ਇਸੇ ਤਰ੍ਹਾਂ ਅਰਥਾਂ ਸਮੇਤ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸਾਰੀ ਕਥਾ ਹੈ। ਫਿਰ ਸ੍ਰੀ ਦਸਮ ਮਹਾਰਾਜ ਦੀ ਬਾਣੀ ਦੀ ਸਾਰੀ ਕਥਾ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ, ਕਬਿੱਤ ਸਵਈਆਂ ਦੀ, ਸਾਰੇ ਗੁਰੂ ਕੇ ਇਤਿਹਾਸ ਦੀ, ਉਹ ਸਾਰੀ ਨੈੱਟ ਤੇ ਕਥਾ ਹੈਗੀ ਆ। ਪਾਉਣ ਨੂੰ ਇੱਕੇ ਵਾਰੀ ਪਾ ਦਿੱਤੀ ਜਾ ਸਕਦੀ ਇਹਦੇ ਵਿੱਚ।
ਪਰ ਉਹਦਾ ਲਾਭ ਨਹੀਂ ਕੋਈ ਹੋਣਾ। ਜਿਹੜੀ ਉਹ ਸੰਥਿਆ ਸਿੰਘਾਂ ਨੇ ਕਰਾਈ ਵੀ ਆ, ਕਈਆਂ ਸਿੰਘਾਂ ਨੇ ਸੁਣੀ ਆ, ਤੇ ਆਪਣੇ ਆਪ ਉਹ ਫਿਰ ਨਹੀਂ ਉਚਾਰਨ ਹੁੰਦਾ। ਜਦੋਂ ਉਹ ਸੁਣਾਇਆ ਜਾਂਦਾ ਤੇ ਥੋੜ੍ਹੀ ਥੋੜ੍ਹੀ ਕਰਕੇ ਕੀਤੀ ਜਾਂਦੀ, ਤਾਂ ਹੀ ਉਹਦੀ ਸਮਝ ਪੈਂਦੀ ਆ। ਇਸ ਕਰਕੇ ਬਾਅਦ ਵਿੱਚ ਉਹ ਪਾ ਦਿੱਤੀ ਜਾਵੇਗੀ ਥੋੜ੍ਹੀ ਥੋੜ੍ਹੀ। ਜੇ ਪਹਿਲੋਂ ਸਾਰਾ ਇੱਕੇ ਵਾਰੀ ਸਾਰਾ ਕੁਝ ਇੱਥੇ ਪਾ ਦਿੱਤਾ ਤੇ ਉਹ ਫਿਰ ਸੰਥਿਆ ਦਾ ਜਿਹੜਾ ਰੁਝਾਨ ਵਾ, ਸੰਥਿਆ ਦੇ ਜਿਹੜਾ ਤਰੀਕਾ ਵਾ, ਉਹ ਨਹੀਂ ਰਹਿ ਜਾਂਦਾ। ਜਿਵੇਂ ਸਕੂਲ ਦੇ ਵਿੱਚ ਕਲਾਸ ਕਿਤਾਬਾਂ 'ਚ ਲਿਖਿਆ ਤੇ ਸਾਰਾ ਕੁਝ ਹੀ ਪਿਆ ਵਾ, ਪਰ ਜੇ ਇੱਕੇ ਵਾਰੀ ਉਹ ਸਾਰਾ ਕੁਝ ਬੱਚੇ ਨੂੰ ਦੇ ਦਿੱਤਾ ਜਾਵੇ ਵੀ ਆਹ ਸਾਰੀ ਕਿਤਾਬ ਇੱਕੇ ਨਹੀਂ ਪੜ੍ਹ ਲਾ, ਤੇ ਫਿਰ ਉਹ ਪੜ੍ਹੀ ਨਹੀਂ ਜਾਂਦੀ, ਫਿਰ ਉਹ ਉਲਝ ਜਾਂਦਾ। ਇਸ ਕਰਕੇ ਥੋੜ੍ਹਾ ਪੜ੍ਹਿਆ ਜਾਵੇ, ਥੋੜ੍ਹਾ ਵਿਚਾਰਿਆ ਜਾਵੇ, ਥੋੜ੍ਹਾ ਪੜ੍ਹਿਆ ਜਾਵੇ, ਉਹਨੂੰ ਵਿਚਾਰਿਆ ਬਹੁਤਾ ਜਾਵੇ, ਸਮਝਿਆ ਬਹੁਤਾ ਜਾਵੇ, ਉਹਨੂੰ ਵਾਰ-ਵਾਰ ਪੜ੍ਹਿਆ ਜਾਵੇ। ਇਹ ਮੁਹਾਰਨੀ ਚੰਗੀ ਤਰ੍ਹਾਂ ਪੱਕ ਜਾਵੇ, 35 ਅੱਖਰ ਚੰਗੀ ਤਰ੍ਹਾਂ ਸਮਝ ਜਾਈਏ, ਤੇ ਫਿਰ ਬਾਕੀ ਅੱਗੇ ਜਿਹੜਾ ਵਾ ਥੋੜ੍ਹੀ ਥੋੜ੍ਹੀ ਸੰਥਿਆ ਤੇ ਜਪਜੀ ਸਾਹਿਬ ਦੀ ਸਹੀ ਤਰੀਕੇ ਨਾਲ ਕੀਤੀ ਜਾਵੇ, ਉਹਦੇ ਵਿੱਚੋਂ ਹੀ ਬਹੁਤ ਗੱਲਾਂ ਦਾ ਪਤਾ ਲੱਗ ਜਾਂਦਾ। ਉਹੀ ਫਿਰ ਅੱਗੇ ਸਾਰੀ ਬਾਣੀ ਵਿੱਚ ਆਉਂਦੀਆਂ, ਮੁਕਤਾ ਅੱਖਰ, ਸਿਹਾਰੀ, ਲਗਾ ਮਾਤਰਾ ਦਾ ਉਚਾਰਨ, ਇਹ ਸਾਰਾ। ਤੋ ਫਿਰ ਇਹ ਬੇਨਤੀ ਆ ਵੀ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ। ਜਿਨ੍ਹਾਂ ਨੇ ਕੀਤੀ ਆ ਉਹ ਵੀ ਇਹਦੇ ਵਿੱਚ, ਸੋ ਬਾਕੀ ਹੋਰ ਆਪਣੇ ਬੱਚਿਆਂ ਨੂੰ, ਬਾਕੀਆਂ ਜਿਨ੍ਹਾਂ ਨਹੀਂ ਕੀਤੀ ਉਹਨਾਂ ਨੂੰ ਨਾਲ ਕਰਵਾ ਸਕਦੇ ਹਨ। ਤੇ ਸੰਥਿਆ ਦੀ ਬਾਬਤ ਕੋਈ ਵੀ ਆਪਣਾ ਸੁਝਾਅ ਜਿਹੜਾ ਹੈ ਉਹ ਗੁਰਮੁਖ ਮਾਈ ਭਾਈ ਦੇ ਸਕਦੇ ਹਨ। ਕੋਈ ਵੀ ਸਵਾਲ ਹੋਵੇ ਉਹ ਪੁੱਛਿਆ ਜਾ ਸਕਦਾ, ਜਿਸ ਦੀ ਜੇ ਸਮਝ ਹੋਵੇਗੀ ਤੇ ਉਹ ਬੇਨਤੀ ਕਰ ਦਿੱਤੀ ਜਾਵੇਗੀ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ। ਸਾਰੇ ਗੁਰਮੁਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ